ਅੱਛਾ ਨਾਜ਼ਰੀਨ, ਜਦੋਂ ਦਾ ਇਹ ਤੀਸਰੀ ਵਾਰ ਦਾ ਪੁਲਿਸ ਮੁਕਾਬਲਾ ਹੋਇਆ ਤੇ ਜਿਹੜੀ ਲਾਹੌਰ ਪੁਲਿਸ ਹੈ ਤੇ ਪੰਜਾਬ ਪੁਲਿਸ ਹੈ, ਖਾਸ ਤੌਰ ਤੇ ਸੀਸੀਡੀ ਜਿਹੜੀ ਹੈ ਉਹ ਬਾਰ-ਬਾਰ ਕਹਿ ਰਹੀ ਹੈ ਜੀ ਕ੍ਰਾਈਮ ਦੀ ਰੇਸ਼ੋ ਥੱਲੇ ਆ ਗਈ ਹੈ। ਲੇਕਿਨ ਕ੍ਰਾਈਮ ਦੀ ਰੇਸ਼ੋ ਥੱਲੇ ਆਉਣ ਤੋਂ ਬਾਅਦ ਪੁਲਿਸ ਅਹਿਲਕਾਰ ਨੇ ਤੇ ਅਫਸਰ ਨੇ ਇਹਨਾਂ ਦੇ ਬਾਰੇ ਅਜੀਬੋ-ਗਰੀਬ ਖਬਰਾਂ ਆਉਣ ਲੱਗ ਪਈਆਂ, ਜੇ ਕਿ ਹੁਣ ਜਿਹੜੇ ਨੇ ਉਹ ਮੁਜਰਮ ਤੇ ਜਿਹੜੇ ਨੇ ਉਹ ਪਰਦੇ ਦੇ ਪਿੱਛੇ ਚਲੇ ਗਏ ਨੇ ਤੇ ਪੁਲਿਸ ਦੇ ਜਿਹੜੀ ਕਾਲੀਆਂ ਭੇਰਾਂ ਨੇ ਉਹ ਸਾਹਮਣੇ ਆ ਗਈਆਂ ਨੇ। ਜਿਹੜਾ SHO ਸ਼ਾਦਬਾਗ ਹੈ ਉਹਨੇ ਆਪਣੀ ਬੇਟੀ ਭਰਾ ਜਿਹੜਾ ਗੁਜਰਪੁਰੇ ਦਾ ਇਨਵੈਸਟੀਗੇਸ਼ਨ ਦਾ ਥਾਣੇਦਾਰ ਹੈ ਤਬਸਮ, ਉਹਨੂੰ ਆਪਣੇ ਥਾਣੇ 'ਚ ਆ ਕੇ ਰਿਕੁਐਸਟ ਕਰਨ ਦੇ ਉੱਤੇ ਇੰਨਾ ਗੁੱਸਾ ਕੀਤਾ ਕਿ SHO ਸਾਹਿਬ ਜਿਹੜੇ ਨੇ ਜ਼ਾਹਰ ਸ਼ਾਹ ਸਾਹਿਬ, ਇਹਨਾਂ ਨੇ ਫੜ ਕੇ ਉਹਨੂੰ ਥੱਪੜ ਵੀ ਮਾਰ ਦਿੱਤੇ ਤੇ 2-3 ਘੰਟੇ ਉਹਨੂੰ ਬੰਦ ਵੀ ਰੱਖਿਆ। ਥੋੜੀ ਬੜੀ ਬਿਸਤੀ ਹੋਈ ਤਾਂ ਉਹ ਕਹਿੰਦਾ ਕਿ ਮੈਂ ਜਿਹੜੇ ਬੰਦੇ ਦੇ ਨਾਲ ਮੈਂ ਉਹਦਾ ਸਿਫਾਰਸ਼ੀ ਬਣ ਕੇ ਗਿਆ ਸਾਂ ਉਹਦੇ ਸਾਹਮਣੇ ਮੈਨੂੰ ਫੜ ਕੇ ਥੱਪੜ ਮਾਰ ਦਿੱਤੇ। ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਵਾਕਿਆ ਆਲਾ ਅਫਸਰਾਂ ਤੱਕ ਪਹੁੰਚਿਆ ਤੇ ਇਨਵੈਸਟੀਗੇਸ਼ਨ ਦੇ ਅਫਸਰਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਪਰੇਸ਼ਨ ਪੁਲਿਸ ਦੇ ਜਿਹੜੇ ਅਫਸਰਾਂ ਨੇ ਉਹਨਾਂ ਅੱਗੇ ਬੜਾ ਵੱਡਾ ਗਿਲਾ ਕੀਤਾ ਕਿ ਜੀ ਇਹ ਤੁਹਾਡੇ SHO ਨੇ ਇਹ ਕਿਹੜਾ ਕੰਮ ਕੀਤਾ। ਤੇ ਹੁਣ SHO ਜਿਹੜਾ ਮੁਖਤਲਿਫ ਤਰੀਕਿਆਂ ਨਾਲ ਜਿਹੜਾ ਨਾ ਉਹ ਇਹ ਮਾਮਲੇ ਨੂੰ ਰਫਾ ਦਫਾ ਕਰਾਉਣ ਵਾਸਤੇ ਤੇ ਸੁਲ੍ਹਾ ਸਫਾਈ ਕਰਾਉਣ ਵਾਸਤੇ ਆਪਣੀ ਐਕਟੀਵਿਟੀਜ਼ ਕਰ ਰਿਹਾ ਹੈ। ਲੇਕਿਨ ਇਹ ਗੱਲ ਅੱਛੀ ਤਾਂ ਨਹੀਂ ਨਾ ਹੈਗੀ ਕਿ ਇੱਕ ਤੁਸੀਂ ਬਾਹਰ ਦੇ ਬੰਦਿਆਂ ਨੂੰ ਤੇ ਉਸ ਤਰ੍ਹਾਂ SHO ਜਿਹੜੇ ਸਾਡੇ ਲਾਹੌਰ ਦੇ ਨੇ ਉਹ ਇਸ ਤਰ੍ਹਾਂ ਟ੍ਰੀਟ ਕਰਦੇ ਹੀ ਨੇ, ਲੇਕਿਨ ਹੁਣ ਆਪਣੇ ਪੇਟੀ ਭਰਾਵਾਂ ਨੂੰ ਵੀ ਉਸ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕਰ ਦਿੱਤਾ। ਅੱਛਾ, ਇੱਕ ਹੋਰ ਵਾਕਿਆ ਵੀ ਸਾਨੂੰ ਨਜ਼ਰ ਆਉਂਦਾ ਹੈ। ਚੌਂਗ ਟ੍ਰੇਨਿੰਗ ਸੈਂਟਰ 'ਚ ਇੱਕ SHO ਸਾਬਕਾ ਜਿਹੜੇ ਅਦਨਾਨ ਵਿਰਕ, ਇਹ ਵੀ ਜਿਹੜਾ ਟ੍ਰੇਨਿੰਗ ਲਾਇਸੈਂਸ ਇੰਸਪੈਕਟਰ ਬਣਨ ਦੀ, ਤੇ ਇਸ ਦੌਰਾਨ ਉਹਨਾਂ ਦਾ DIG ਮਹਿਬੂਬ ਅਸਲਮ ਲਿੱਲਾ ਸਾਹਿਬ ਦੇ ਨਾਲ ਕੋਈ ਤਨਾਜ਼ਾ ਹੋਇਆ ਜਾਂ ਕੋਈ ਇਹੋ ਜਿਹੀ ਵਜ੍ਹਾ ਬਣੀ ਕਿ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਾਰੇ ਗਲਤ ਰਿਮਾਰਕਸ ਦੇ ਦਿੱਤੇ। ਤੇ ਮਹਿਬੂਬ ਲਿੱਲਾ ਸਾਹਿਬ, ਅਸੀਂ ਉਹਨਾਂ ਨੂੰ ਜਾਣਦੇ ਹਾਂ, ਕਈ ਵਾਰੀ ਮੁਲਾਕਾਤ ਹੋਈ, ਉਹਨਾਂ ਦਾ ਵੀ ਇੰਟਰਵਿਊ ਕੀਤਾ, ਉਹਨਾਂ ਦੀ ਫੈਮਿਲੀ ਦਾ ਵੀ ਇੰਟਰਵਿਊ ਕੀਤਾ ਹੈ। ਉਹ ਇੱਕ ਬੜਾ ਅੱਛਾ ਕੰਮ ਕਰ ਰਹੇ, ਖਾਸ ਤੌਰ ਤੇ ਜਿਹੜਾ ਯਤੀਮ ਬੱਚਿਆਂ ਵਾਸਤੇ ਕੰਮ ਕਰ ਰਹੇ ਨੇ ਉਹ। ਤੇ ਉਹਨਾਂ ਦਾ ਕੰਮ ਜਿਹੜਾ ਨਾ ਹੁਣ ਸਿਰਫ ਪਾਕਿਸਤਾਨ ਹੀ ਨਹੀਂ, ਬੈਰੂਨ ਮੁਲਕ ਵੀ, ਬਰਤਾਨੀਆ ਦੀ ਜਿਹੜੀ ਪਾਰਲੀਮੈਂਟ ਉਹਨਾਂ ਨੂੰ ਬੁਲਾ ਕੇ ਦੋਨਾਂ ਮੀਆਂ ਬੀਵੀ ਨੂੰ ਉਹਨਾਂ ਨੂੰ ਆਜ਼ਾਦ ਦਿੱਤਾ। ਲੇਕਿਨ ਇੱਥੇ ਇੱਕ ਇੰਸਪੈਕਟਰ ਜਿਹੜਾ ਬਣਨ ਜੋਗੇ ਉਹਨਾਂ ਦੀ ਟ੍ਰੇਨਿੰਗ ਸੈਂਟਰ ਦੇ ਵਿੱਚ ਮੌਜੂਦ ਹੈ, ਉਹ ਉਹਨਾਂ ਦੇ ਨਾਲ ਐਡੀ ਬਦਤਮੀਜ਼ੀ ਕਰਦਾ ਹੈ ਕਿ ਜਦੋਂ ਉਹਨਾਂ ਨੇ ਵਾਰਨਿੰਗ ਦਿੱਤੀ ਤੇ ਵਾਰਨਿੰਗ ਸੁਣ ਕੇ ਬਾਹਰ ਆਇਆ ਤਾਂ ਉਹਨੇ ਫਿਰ ਦੁਬਾਰਾ ਅਦਨਾਨ ਵਿਰਕ ਜਿਹੜਾ ਉਹਨੇ ਦੁਬਾਰਾ ਤੋਂ ਉਹਨਾਂ ਦੇ ਬਾਰੇ ਗਲਤ ਰਿਮਾਰਕ ਦਿੱਤਾ ਤੇ ਜਿਹਦੀ ਬਾਤ ਤੋਂ ਉਹਨਾਂ ਦੀ ਵੀ ਬਰਦਾਸ਼ਤ ਦਾ ਪੈਮਾਨਾ ਜਿਹੜਾ ਉਹ ਲਬਰੇਜ਼ ਹੋ ਗਿਆ। ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਫਿਰ CCD ਦੇ ਆਲਾ ਅਫਸਰਾਂ ਨੂੰ ਕਿਹਾ ਕਿ ਜੀ ਇਹਦਾ ਤੇ ਮੱਖੂ ਠੱਪੋ। ਤੇ ਉਸ ਤੋਂ ਬਾਅਦ ਫਿਰ CCD ਨੇ ਉਸ ਅਦਨਾਨ ਵਿਰਕ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਤੇ ਹੁਣ ਸਾਡੀ ਇਤਲਾਹ ਦੇ ਮੁਤਾਬਕ ਐਂਟੀ ਕਰਪਸ਼ਨ ਵਿੱਚ ਵੀ ਤੇ ਦੂਸਰੀਆਂ ਜਗ੍ਹਾ ਤੇ ਵੀ ਉਹਦੇ ਬਾਰੇ ਜਿਹੜਾ ਨਾ ਉਹ FIR ਵੀ ਦਰਜ ਕੀਤੀਆਂ ਗਈਆਂ ਤੇ ਉਹਦੇ ਬਾਰੇ ਸਖਤ ਐਕਸ਼ਨ ਲਿੱਤਾ ਜਾ ਰਿਹਾ ਹੈ। ਲੇਕਿਨ ਇਹ ਸਮਝ ਨਹੀਂ ਆ ਰਹੀ ਕਿ ਪਹਿਲੇ ਦੇਖੋ ਕਿ ਪੁਲਿਸ ਅਹਿਲਕਾਰ ਜਿਹੜਾ ਉਹ ਇੱਕ CCD ਦਾ ਜਿਹੜਾ ਅਗਵਾ 'ਚ ਮੁਲਵਸ ਹੋ ਗਿਆ। ਉਸ ਤੋਂ ਇਲਾਵਾ ਇੱਕ ਹੋਰ ਇੰਸਪੈਕਟਰ ਸੀ, ਉਹਨੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਤੇ ਉਹਦਾ ਸਮਾਨ ਉਠਾ ਲਿੱਤਾ। ਇੱਕ ਹੋਰ ਇੰਸਪੈਕਟਰ ਸੀ, ਉਹਦੇ ਬਾਰੇ ਵੀ ਆਇਆ ਕਿ ਉਹਨੇ ਮੈਂ ਕਿਹਾ ਟ੍ਰੇਨਿੰਗ ASI ਸੀ, ਉਹਨੇ ਇੱਕ ਰਾਹ ਚੱਲਦੀ ਲੜਕੀ ਕੋਲੋਂ ਗੱਡੀ ਖੋਹ ਲਈ। ਤੇ ਹੁਣ ਇਹ ਵਾਕਿਆ ਨਜ਼ਰ ਆ ਰਹੇ ਨੇ। ਦੂਸਰੀ ਤਰਫ ਇਹ ਕਿਹਾ ਜਾ ਰਿਹਾ ਕਿ ਲਾਹੌਰ ਦੇ ਵਿੱਚ ਵਾਰਦਾਤਾਂ ਦੀ ਸ਼ਰ੍ਹਾ ਜਿਹੜੀ ਹੈ ਬਿਲਕੁਲ ਥੱਲੇ ਚਲੀ ਗਈ ਹੈ। ਲੇਕਿਨ ਲਾਹੌਰ ਦੇ ਵਿੱਚ ਅਸੀਂ ਇੱਕ ਹੋਰ ਵਾਕਿਆ ਸੁਣਨੇ ਹਾਂ ਕਿ ਇੱਕ DSP ਸਾਹਿਬ ਜਿਹੜੇ ਨੇ ਉਹਨਾਂ ਦੀ ਬੀਵੀ ਨੂੰ ਵੀ ਤੇ ਉਹਨਾਂ ਦੀ ਬੇਟੀ ਨੂੰ ਵੀ ਜਿਹੜਾ ਨਾ ਉਹ ਅਗਵਾ ਕਰ ਲਿੱਤਾ ਜਾਂਦਾ ਹੈ। ਥਾਣਾ ਬਰਕੀ ਦੇ ਵਿੱਚ ਇਹ ਅਗਵਾ ਦਾ ਜਾਂ ਪਰਚਾ 27/9/25 ਦਾ ਦਰਜ ਹੋਇਆ ਹੈ ਤੇ DSP ਸਾਹਿਬ ਨੇ ਉਸਮਾਨ ਹੈਦਰ ਗੁੱਜਰ ਸਾਹਿਬ ਤੇ ਉਹਨਾਂ ਦੀ ਬੀਵੀ ਹੈ ਸਮਈਆ ਉਸਮਾਨ ਤੇ ਉਹਨਾਂ ਦੀ ਬੇਟੀ ਹੈ ਫਿਜ਼ਾ ਉਸਮਾਨ, ਇਹਨਾਂ ਦੋਵਾਂ ਨੂੰ ਅਗਵਾ ਕਰਨ ਦਾ ਪਰਚਾ ਦਰਜ ਕੀਤਾ। ਅਗਰ ਦੇਖੋ DSP ਔਨ ਡਿਊਟੀ ਆਪਣੀ ਡਿਊਟੀ ਤੇ ਗਏ ਨੇ, ਵਾਪਸ ਆਏ ਨੇ ਤੇ ਉਹਨਾਂ ਪਤਾ ਲੱਗਿਆ ਕਿ ਉਹਨਾਂ ਦੀ ਬੀਵੀ ਤੇ ਬੇਟੀ ਜਿਹੜੀ ਨਾ ਉਹ ਘਰ ਨਹੀਂ ਹੈਗੇ ਤੇ ਘਰ ਦਾ ਸਾਰਾ ਸਮਾਨ ਵੀ ਵਿਖਰਿਆ ਹੋਇਆ ਤੇ ਸਾਰੀਆਂ ਚੀਜ਼ਾਂ ਵੀ ਉਲਟ ਪੁਲਟ ਕੀਤੀਆਂ ਹੋਈਆਂ। ਤੇ ਫਿਰ ਅਗਰ DSP ਦਾ ਘਰ ਮਹਿਫੂਜ਼ ਨਹੀਂ ਹੈ ਤੇ ਇੱਕ ਆਮ ਆਦਮੀ ਦੇ ਨਾਲ ਕੀ ਹੋ ਰਿਹਾ ਹੋਏਗਾ ਤੇ ਇੱਕ ਆਮ ਆਦਮੀ ਕੀ ਸੋਚ ਰਿਹਾ ਹੋਏਗਾ, ਤੇ ਇਹਦੇ ਬਾਰੇ ਵੀ ਜਿਹੜੇ ਪੁਲਿਸ ਦੇ ਆਲਾ ਅਫਸਰ ਨੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਹੈ।